ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਘਰ ਦੇ ਅੰਦਰ ਪਰਮਾਰਥ ਦੀ ਖੋਜ ਅਤਿ ਜ਼ਰੂਰੀ ਆ। ਪਰ ਕਿਉਂਕਿ ਇਸ ਖੋਜ ਦੇ ਵਿੱਚ ਬਹੁਤ ਭਾਰੀਆਂ ਰੁਕਾਵਟਾਂ ਆਮ ਇਨਸਾਨ ਨੂੰ ਪਹਿਲੇ ਹੀ ਇਸ ਰਸਤੇ ਤੋਂ ਪਰੇ ਭਟਕਾ ਦਿੰਦੀਆਂ ਜਾਂ ਪਰੇ ਕਰ ਦਿੰਦੀਆਂ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਗੁਰਬਾਣੀ ਦੇ ਸ਼ਬਦ ਵੀ ਸਾਨੂੰ ਇਸ ਤਰ੍ਹਾਂ ਮਿਲਦੇ ਆ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਹਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਕਈ ਵਾਰ ਸਾਡੇ ਮਨ 'ਚ ਆਉਂਦਾ ਕਿ ਇਹ ਜਿਹੜੇ ਹਨ ਕਰੜੇ ਸ਼ਬਦ ਹੈਗੇ ਆ, ਇਹ ਇਨਸਾਨ ਨੂੰ ਦੱਸਦੇ ਆ ਕਿ ਗੁਰਬਾਣੀ ਜਾਂ ਪਰਮਾਰਥ ਦਾ ਮਾਰਗ ਹੈ ਤਾਂ ਮੁਸ਼ਕਲ ਹੈ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ, ਪਰ ਇੰਨਾ ਮੁਸ਼ਕਲ ਵੀ ਨਹੀਂ ਗਾ ਜਿੰਨਾ ਅਸੀਂ ਇਸ ਨੂੰ ਆਪਣੇ ਮਨ ਦੇ ਵਿੱਚ ਬਿਠਾ ਲੈਂਦੇ ਹਾਂ। ਅਸਲ ਦੇ ਵਿੱਚ ਕੀ ਹੁੰਦਾ ਕਿ ਅਸੀਂ ਜਿੰਨਾ ਇਸ ਪਰਮਾਰਥ ਦੇ ਉੱਤੇ ਚੱਲਣ ਦਾ ਯਤਨ ਕਰਾਂਗੇ ਓਨਾ ਹੀ ਸੌਖੇ ਹੋ ਜਾਵਾਂਗੇ। ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਸ ਇਨਸਾਨ ਦੇ ਅੰਦਰ ਜਿਵੇਂ ਕਾਮ ਕਰੋ ਲੋਭ ਮੋਹ ਹੰਕਾਰ, ਇਸ ਤਰ੍ਹਾਂ ਦੀਆਂ ਜਿਹੜੀਆਂ ਮਹਾਸ਼ਕਤੀਆਂ ਉਹਨਾਂ ਦਾ ਬੋਲਬਾਲਾ ਹੈਗਾ। ਅਤੇ ਇਹ ਮਹਾਸ਼ਕਤੀਆਂ ਇਨਸਾਨ ਦੇ ਭਜਨ ਸਿਮਰਨ ਦੇ ਵਿੱਚ ਭਾਰੀ ਰੁਕਾਵਟ ਬਣਦੀਆਂ। ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਮਹਾਸ਼ਕਤੀਆਂ ਤੋਂ ਪਹਿਲੇ ਦੋ ਚੀਜ਼ਾਂ ਜਿਹੜੀਆਂ ਹੈ ਇਹ ਬਹੁਤ ਭਾਰੀ ਰੁਕਾਵਟ ਹੁੰਦੀਆਂ। ਸੋ ਉਹ ਕੀ ਹੁੰਦਾ, ਉਹ ਹੁੰਦੀ ਹੈ ਇੱਕ ਸੁਸਤੀ, ਦੂਸਰੀ ਕਾਹਲੀ। ਜਿਹੜੀ ਸੁਸਤੀ ਅਤੇ ਕਾਹਲੀ ਇਹ ਮੇਨ ਭਜਨ ਸਿਮਰਨ ਦੀਆਂ ਮੁੱਖ ਰੁਕਾਵਟਾਂ ਹੈਗੀਆਂ। ਇਸੇ ਕਰਕੇ ਗੁਰਬਾਣੀ 'ਚ ਆਖਿਆ ਕਿ ਉਦਮ ਕਰੰਦਿਆਂ ਜੀਓ ਤੂੰ ਕਮਾਮਦਿਆਂ ਸੁਖ ਪਹੁੰਚ, ਧਿਆਨ ਦਾ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ। ਸੋ ਸਭ ਤੋਂ ਪਹਿਲਾਂ ਜਿਹੜੀ ਸੁਸਤੀ ਆ ਪਰਮਾਰਥ ਦੇ ਰਸਤੇ ਦਾ ਮੁੱਖ ਰੋੜਾ ਹੈਗਾ। ਸੋ ਆਪਾਂ ਪਹਿਲਾਂ ਦੇਖਦੇ ਹਾਂ ਕਿ ਇਹ ਸੁਸਤੀ ਦਾ ਕਾਰਨ ਕੀ ਹੈ। ਦੇਖੋ ਇਹਦੇ ਆਪਾਂ ਅਗਰ ਬਾਹਰਲੇ ਕਾਰਨ ਦੇਖੀਏ, ਇਹਦਾ ਬਾਹਰਲਾ ਕਾਰਨ ਤਾਂ ਇੱਕੋ ਹੀ ਆ ਵੀ ਜਾਂ ਤਾਂ ਆਪਾਂ ਬਲੋੜਾ ਜਦੋਂ ਖੁਰਾਕ ਖਾ ਲੈਂਦੇ ਹਾਂ ਜ਼ਰੂਰਤ ਤੋਂ ਜ਼ਿਆਦਾ, ਜਾਂ ਜ਼ਰੂਰਤ ਤੋਂ ਜ਼ਿਆਦਾ ਬੋਲਦੇ ਹਾਂ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸਾਡੇ ਅੰਦਰ ਜਿਹੜਾ ਨੀਂਦ ਦੇ ਅੰਦਰ ਜਾਂ ਆਲਸ ਦੇ ਅੰਦਰ ਜਿਹੜਾ ਸਾਨੂੰ ਕਫ ਵਾਲਾ ਰਸ ਆ ਰਿਹਾ ਹੈਗਾ, ਇਸ ਰਸ ਦਾ ਸਾਨੂੰ ਸਵਾਦ ਪੈ ਜਾਂਦਾ, ਤਾਂ ਸਾਡੀ ਜਿਹੜੀ ਸੁਸਤੀ ਦਾ ਸੁਭਾਅ ਬਣ ਜਾਂਦਾ ਹੈਗਾ। ਇਸੇ ਤਰ੍ਹਾਂ ਇਹ ਬਹੁਤ ਸਾਰੇ ਕਾਰਨ ਜਿਹੜੇ ਹੋਰ ਵੀ ਸਾਨੂੰ ਦੇਖਦੇ ਆ ਕਿ ਜਦੋਂ ਥੋੜ੍ਹਾ ਜਿਹਾ ਅਸੀਂ ਬਾਹਰਲਾ ਲਾਲਚ ਕਰ ਦਿੰਦੇ ਹਾਂ, ਜਾਂ ਲੋੜ ਤੋਂ ਜ਼ਿਆਦਾ, ਜਾਂ ਉਹ ਟਾਈਮ ਅਸੀਂ ਬੇਟਾਈਮ ਸੌ ਜਾਣਾ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਈ ਕਾਰਨ ਬਣ ਜਾਂਦੇ ਜਿਹੜੇ ਸੁਸਤੀ ਨੂੰ ਪੈਦਾ ਕਰਦੇ ਆ। ਪਰ ਅਗਰ ਆਪਾਂ ਥੋੜ੍ਹਾ ਜਿਹਾ ਇਹਦਾ ਵਿਗਿਆਨਕ ਕਾਰਨ ਵੀ ਦੇਖ ਲਈਏ, ਜਿਵੇਂ ਵਿਗਿਆਨੀਆਂ ਨੇ ਸਿੱਧ ਕੀਤਾ ਕਿ ਅਸਲ ਜਿਹੜੀ ਇਨਸਾਨ ਨੂੰ ਨੀਂਦ ਆਉਂਦੀ ਆ ਉਹਦਾ ਵਿਗਿਆਨਕ ਕਾਰਨ ਕੀ ਹੋ ਸਕਦਾ। ਇਹਦੇ ਉੱਤੇ ਬੜੀ ਇੱਕ ਦੁਰਲੱਭ ਜਿਹੜੀ ਖੋਜ ਆ ਸਾਇੰਸ ਨੇ ਅੱਜ ਤੱਕ ਕੀਤੀ ਆ। ਉਹਦੇ ਵਿੱਚ ਉਹਨੇ ਕੀ ਕੀਤਾ ਕਿ ਬਹੁਤ ਸਾਰੇ ਜਾਨਵਰ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਨੂੰ ਇਸ ਢੰਗ ਦੇ ਨਾਲ ਜਗਾਇਆ ਕਿ ਇਹ ਸੌਂ ਨਾ ਸਕਣ। ਪਰ ਅਖੀਰ ਜਿਵੇਂ ਆਪਾਂ ਦੇਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਨੀਂਦ ਆ ਇਹ ਅੱਧਿਆਂ ਨਾਲੋਂ ਜ਼ਿਆਦਾ ਜਿਹੜੀ ਉਮਰ ਆ ਉਹ ਖਿੱਚ ਲੈਂਦੀ ਆ ਆਪਣੇ ਵੱਲ ਨੂੰ। ਇਸੇ ਤਰ੍ਹਾਂ ਇਹ ਚੀਜ਼ ਜਿਹੜੀ ਜਾਨਵਰਾਂ 'ਚ ਹੀ ਪਾਈ ਜਾਂਦੀ ਆ। ਪਰ ਜਦੋਂ ਜਾਨਵਰਾਂ ਦੇ ਉੱਤੇ ਇਹ ਖੋਜ ਕੀਤੀ ਗਈ ਅਤੇ ਜਾਨਵਰਾਂ ਨੂੰ ਇੰਨਾ ਤੰਗ ਕੀਤਾ ਗਿਆ ਕਿ ਬਿਜਲੀ ਦੇ ਝਟਕੇ ਦੇ ਕੇ ਉਹਨਾਂ ਨੂੰ ਨੀਂਦ ਤੋਂ ਜਗਾਇਆ ਗਿਆ। ਪਰ ਜਦ ਅਖੀਰ ਦੇ ਵਿੱਚ ਉਹ ਜਿਹੜੇ ਜਾਨਵਰ ਸੀ ਉਹ ਥੱਕ ਟੁੱਟ ਗਏ ਤਾਂ ਵਿਗਿਆਨੀਆਂ ਨੇ ਕੀ ਦੇਖਿਆ ਕਿ ਉਹਨਾਂ ਦੀ ਚਮੜੀ ਦੇ ਵਿੱਚੋਂ ਚਿੱਟੇ ਰੰਗ ਦੇ ਤਰਲ ਪਦਾਰਥ ਨਿਕਲਿਆ। ਇਹ ਜਿਹੜਾ ਚਿੱਟੇ ਰੰਗ ਦਾ ਤਰਲ ਪਦਾਰਥ ਸੀ, ਵਿਗਿਆਨੀਆਂ ਨੇ ਇਹਦੇ ਸੈਂਪਲ ਭਰ ਲਏ। ਇਹਦੇ ਸੈਂਪਲ ਭਰ ਕੇ ਇੱਕ ਆਮ ਇਨਸਾਨ ਜਿਹੜਾ ਬੜਾ ਜਾਣੀ ਆਪਣੇ ਕਹਿ ਲਓ ਕਿ ਬੜਾ ਚੁਸਤ ਸੀਗਾ, ਬੜਾ ਜਵਾਨ ਸੀਗਾ, ਬੜਾ ਸਿਹਤ ਦੇ ਵਿੱਚ ਬੜਾ ਵਧੀਆ ਸੀਗਾ, ਜਦੋਂ ਇਹ ਜਿਹੜੇ ਚਿੱਟੇ ਰੰਗ ਦੇ ਤਰਲ ਪਦਾਰਥ ਸੀ ਇਹਨਾਂ ਦੀ ਇੱਕ ਹਲਕੀ ਜਿਹੀ ਬੂੰਦ ਦਾ ਜਦ ਇੰਜੈਕਸ਼ਨ ਉਸ ਜਵਾਨ ਨੂੰ ਲਾਇਆ ਗਿਆ ਤਾਂ ਡਾਕਟਰਾਂ ਨੇ ਜਾਂ ਵਿਗਿਆਨੀਆਂ ਨੇ ਉਸ ਟਾਈਮ ਕੀ ਦੇਖਿਆ ਕਿ ਉਹ ਇੰਜੈਕਸ਼ਨ ਲਾਉਂਦੇ ਸਾਰੀ ਉਹ ਜਿਹੜਾ ਆਦਮੀ ਸੀਗਾ ਉਹ ਯਕਦਮ ਨੀਂਦ ਦੀ ਬੇਹੋਸ਼ੀ ਦੀ ਸ਼ਕਲ ਦੇ ਵਿੱਚ ਚਲਾ ਗਿਆ। ਸੋ ਇਹਦਾ ਭਾਵ ਕੀ ਆ ਕਿ ਵਿਗਿਆਨੀਆਂ ਨੇ ਇਸ ਗੱਲ ਦਾ ਸਿੱਧ ਕੀਤਾ ਕਿ ਜਿਹੜੇ ਸਾਡੇ ਸੈੱਲ ਵਾ ਜਿਹੜੇ ਨੀਂਦ ਦੇ ਕਾਰਨ ਪੂਰੀ ਤਰ੍ਹਾਂ ਥੱਕ ਜਾਂਦੇ ਆ ਪਰ ਉਹ ਮਰਦੇ ਨਹੀਂ ਹੈ। ਪਰ ਇਹ ਜਿਹੜੇ ਥੱਕੇ ਹੋਏ ਸੈੱਲ ਹੁੰਦੇ ਇਹਨਾਂ ਨੂੰ ਚਾਰਜ ਕਰਨ ਵਾਸਤੇ ਕਿਸੇ ਨਾ ਕਿਸੇ ਇੱਕ ਐਸੀ ਸ਼ਕਤੀ ਦੀ ਲੋੜ ਪੈਂਦੀ ਆ, ਜਿਹੜੀ ਸ਼ਕਤੀ ਸਾਨੂੰ ਉਹ ਵਾਹਿਗੁਰੂ ਸਾਡੇ ਅੰਦਰ ਜਿਹੜੀ ਜੋਤ ਆ ਉਹਦੇ ਪ੍ਰਭਾਵ ਤੋਂ ਬਣਦੀ ਆ। ਪਰ ਕਿਉਂਕਿ ਕਿਸੇ ਵੀ ਚੀਜ਼ ਦੀ ਕੋਈ ਨਾ ਕੋਈ ਸੀਮਾ ਹੁੰਦੀ ਆ, ਇਸ ਕਰਕੇ ਜਦ ਤੱਕ ਇਹ ਸੈੱਲ ਦੁਬਾਰਾ ਚਾਰਜ ਨਾ ਹੋਣ
ਤਦ ਤੱਕ ਆਦਮੀ ਜਿਹੜਾ ਕਿਸੇ ਕੰਮ ਦੇ ਯੋਗ ਨਹੀਂ ਹੁੰਦਾ ਹੈ। ਪਰ ਗੱਲ ਇੰਨੀ ਹੈ ਕਿ ਇਸੇ ਕਰਕੇ ਵਾਹਿਗੁਰੂ ਨੇ 2 ਚੀਜ਼ਾਂ ਬਣਾਤੀਆਂ ਹੈਗੀਆਂ। ਇੱਕ ਤਾਂ ਜਿਹੜੀ ਹੈ ਨਾ ਨੀਂਦ ਹੈ, ਉਹਦੀ ਇੱਕ ਲਿਮਟ ਬਣਾਤੀ, ਇੱਕ ਜ਼ਰੂਰਤ ਬਣਾਤੀ ਹੈ ਕਿ ਇੰਨੀ ਜ਼ਰੂਰਤ ਦੇ ਵਿੱਚ ਤੁਹਾਡੇ ਜਿਹੜੇ ਸੈੱਲ ਵਾ ਨਾ ਉਹ ਚਾਰਜ ਹੋ ਜਾਂਦੇ ਆ। ਪਰ ਦੂਸਰੀ ਕੀ ਗੱਲ ਹੈ ਕਿ ਅਗਰ ਅਸੀਂ ਇਹ ਚੀਜ਼ ਜਿਹੜੀ ਹੈ ਨਾ ਜ਼ਰੂਰਤ ਤੋਂ ਜ਼ਿਆਦਾ ਲੈ ਲੈਂਦੇ ਨੀਂਦ ਨੂੰ, ਤਾਂ ਵੀ ਫਿਰ ਇਹ ਸਿਹਤ ਵਾਸਤੇ ਹੈ ਨਾ ਇਹ ਠੀਕ ਨਹੀਂ ਹੈ। ਭਾਵ ਕਿ ਇਹਦੇ ਹੈ ਨਾ ਜਿੰਨੇ ਰਿਜ਼ਲਟ ਨਿਕਲਦੇ ਆਪੋਜਿਟ ਨਿਕਲਦੇ ਆ। ਇਸ ਕਰਕੇ ਖਾਸ ਕਰਕੇ ਪਰਮਾਰਥ ਦੇ ਰਸਤੇ ਦੇ ਅੰਦਰ ਸਾਨੂੰ ਇਹ ਚੀਜ਼ ਦੱਸੀ ਆ ਕਿ ਅਲਪਹਾਰ ਸੁਲਭ ਸਰੀ ਨੰਦਾ, ਕਿ ਭਾਈ ਥੋੜ੍ਹਾ ਖਾਣਾ ਅਤੇ ਥੋੜ੍ਹਾ ਸੋਣਾ। ਇਹਦਾ ਮਤਲਬ ਕੀ ਆ ਕਿ ਜਦੋਂ ਅਸੀਂ ਬੇਲੋੜਾ ਖਾਂਦੇ ਹਾਂ ਜਾਂ ਜ਼ਿਆਦਾ ਬੋਲਦੇ ਹਾਂ ਜਾਂ ਕੁਛ ਵੀ ਉਹ ਚੀਜ਼ ਕਰਦੇ ਹਾਂ, ਜਿਸ ਚੀਜ਼ ਦੀ ਜਿਹੜੀ ਹੈ ਨਾ ਜ਼ਰੂਰਤ ਹੈ ਸਾਡੇ ਨਾਲੋਂ ਅਸੀਂ ਕਈ ਗੁਣਾ ਜ਼ਿਆਦਾ ਵਧਾ ਕੇ ਉਹਦਾ ਇਸਤੇਮਾਲ ਕਰਦੇ ਹਾਂ, ਅਤੇ ਉਹਦਾ ਜਿਹੜਾ ਫਿਰ ਰਿਜ਼ਲਟ ਹੈ ਨਾ ਸਾਡੇ ਵਾਸਤੇ ਠੀਕ ਨਹੀਂ ਬਹਿੰਦਾ, ਜਾਂ ਇਹ ਕਹਿ ਲਓ ਸੁਸਤੀ ਅਤੇ ਨੀਂਦ ਦੀ ਸ਼ਕਲ ਜਾਂ ਬੇਹੋਸ਼ੀ ਦੀ ਸ਼ਕਲ ਦੇ ਵਿੱਚ ਚਲੇ ਜਾਂਦਾ ਹੈਗਾ। ਇਸ ਕਰਕੇ ਹੈ ਨਾ ਮਹਾਂਪੁਰਖਾਂ ਨੇ ਇਹਦੇ ਵਾਸਤੇ ਕਈ ਜੁਗਤਾਂ ਪੈਦਾ ਕਰ ਦਿੱਤੀਆਂ। ਪਹਿਲੀ ਕੀ ਦੁਨਿਆਵੀ ਜੁਗਤ ਕੀ ਆ, ਇਨਸਾਨ ਨੂੰ ਦੱਸਿਆ ਕਿ ਅਗਰ ਤੂੰ ਅੰਮ੍ਰਿਤ ਵੇਲਾ ਸੰਭਾਲਣਾ, ਅਗਰ ਤੇ ਤੋਂ ਉੱਠ ਨਹੀਂ ਹੁੰਦਾ ਤਾਂ ਤੂੰ ਘੰਟੀ ਦਾ ਅਲਾਰਮ ਲਾ। ਅਲਾਰਮ ਦੇ ਨਾਲ ਆਦਮੀ ਉੱਠ ਸਕਦਾ ਹੈਗਾ, ਪਰ ਅਗਰ ਆਦਮੀ ਅਲਾਰਮ ਦੇ ਨਾਲ ਵੀ ਨਾ ਉੱਠੇ ਤਾਂ ਫਿਰ ਉਹਦਾ ਦੂਸਰਾ ਤਰੀਕਾ ਕੱਢਿਆ ਹੈ ਕਿ ਜੰਗਲ ਪਾਣੀ ਜਾਣ ਦੀ ਜਿਹੜੀ ਕਿਰਿਆ ਹੈਗੀ ਆ ਇਹ ਰਾਤ ਨੂੰ 2 ਵਜੇ ਉੱਠ ਕੇ ਕਰੇ, ਜਿਹਦੇ ਨਾਲ ਹੈ ਨਾ ਇਹ ਆਪਣੇ ਆਪ ਹੀ ਜਿਹੜੀ ਹੈ ਇਨਸਾਨ ਦੀ ਆਦਤ ਬਣ ਜਾਂਦੀ ਅੰਮ੍ਰਿਤ ਵੇਲੇ ਉੱਠਣ ਦੀ। ਜੇ ਫਿਰ ਇਸ ਤਰ੍ਹਾਂ ਨਹੀਂ ਤਾਂ ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਕਰਨ ਦੇ ਨਾਲ ਤਾਂ ਵੀ ਇਹ ਜਿਹੜੀ ਅਵਸਥਾ ਹੈ ਨਾ ਇਹ ਉੱਠਣ ਦੀ ਪੈਦਾ ਹੋ ਜਾਂਦੀ ਆ। ਹੋਰ ਬਾਕੀ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਸਿਮਰਨ ਦੇ ਵਿੱਚ ਸਾਡੀ ਖਿੱਚ ਵੀ ਸਾਨੂੰ ਅੰਮ੍ਰਿਤ ਵੇਲੇ ਵੱਲ ਨੂੰ ਜਗਾ ਦਿੰਦੀ ਆ। ਅਤੇ ਜਾਂ ਇਉਂ ਕਹਿ ਲਓ ਕਿ ਜਦੋਂ ਸਾਨੂੰ ਸਿਮਰਨ ਦੇ ਵਿੱਚ ਜਿਹੜੇ ਨਜ਼ਾਰੇ ਰਾਤ ਨੂੰ ਜਾਂ ਜੋ ਦੁਰਲੱਭ ਕੌਤਕ ਉਹਨਾਂ ਅਭਿਆਸੀਆਂ ਦੇ ਨਾਲ ਉਸ ਇਕਾਂਤ ਦੇ ਵਿੱਚ ਹੁੰਦੇ ਆ, ਅਤੇ ਉਹਨਾਂ ਦੀ ਜਦੋਂ ਖਿੱਚ ਇਨਸਾਨ ਦੇ ਅੰਦਰ ਬਣਦੀ ਹੈ ਨਾ, ਫਿਰ ਇਨਸਾਨ ਵੀ ਜਿਹੜੇ ਹੈ ਨਾ ਸਾਰੀ ਰਾਤ ਇਸ ਸਮੇਂ ਨੂੰ ਉਡੀਕਦਾ ਰਹਿੰਦਾ ਹੈ ਕਿ ਕਦ ਉਹ ਜਿਹੜਾ ਸੁਭਾਗਾ ਸਮਾਂ ਮੈਨੂੰ ਪ੍ਰਾਪਤ ਹੋਵੇ ਤਾਂ ਮੈਂ ਸਿਮਰਨ ਦੇ ਵਿੱਚ ਜਾ ਕੇ ਇਹ ਦੁਰਲੱਭ ਜਿਹੜੀ ਦੁਨੀਆ ਹੈਗੀ, ਅਣਡਿੱਠੀ ਦੁਨੀਆ, ਇਹਦੇ ਨਾਲ ਜੁੜ ਕੇ ਅਤੇ ਇਹਦੇ ਜੋ ਭੇਦਵਾ ਹਨ ਉਹਨਾਂ ਤੋਂ ਜਾਣੂ ਹੋ ਸਕਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਮਹਾਂਪੁਰਖ ਹੁੰਦੇ ਆ ਉਹ ਜਿਹੜੇ ਖਾਸ ਕਰਕੇ ਜਦੋਂ ਉਪਦੇਸ਼ ਦਿੰਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਆ, ਲੇਕਿਨ ਮਹਾਂਪੁਰਖਾਂ ਦਾ ਉਪਦੇਸ਼ ਜਿਹੜਾ ਹੈਗਾ ਪੂਰਨ ਮਹਾਂਪੁਰਖਾਂ ਦਾ ਉਹ ਵੀ ਗੁਰਸਿੱਖਾਂ ਦੇ ਉੱਤੇ ਹੈ ਨਾ ਗਹਿਰਾ ਅਸਰ ਕਰਦਾ ਹੈਗਾ। ਜਿਸ ਕਰਕੇ ਉਹਨਾਂ ਦਾ ਪਿਆਰ ਜਿਹੜਾ ਹੈ ਨਾ ਸਤਿਗੁਰੂ ਨਾਲ ਤਾਂ ਹੀ ਬਣਦਾ ਹੈ ਜਦੋਂ ਉਹਦੇ ਉਹ ਬਚਨ ਕਮਾ ਲੈਂਦੇ ਆ। ਸੋ ਇਸ ਕਰਕੇ ਹੈ ਨਾ ਇਹ ਜਿਹੜੀ ਕਿਰਿਆ ਕਰਨ ਦੇ ਨਾਲ, ਯਤਨ ਕਰਨ ਦੇ ਨਾਲ, ਸਾਧਨ ਵਰਤਣ ਦੇ ਨਾਲ ਇਹ ਫਿਰ ਸੁਸਤੀ ਦੀ ਕਿਰਿਆ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਫਿਰ ਜਦੋਂ ਉਹਨੂੰ ਖਿੱਚ ਬਣ ਜਾਂਦੀ ਆ, ਜਦੋਂ ਉਹਦੇ ਅੰਦਰ ਇਹ ਜਿਹੜੀ ਸ਼ਬਦ ਦੀ ਬਾਣੀ ਹੈ ਜਾਂ ਇਹ ਪੰਕਤੀ ਹੈ ਜਦੋਂ ਢੁਕਣ ਲੱਗ ਪੈਂਦੀ ਕਿ ਮੈਂ ਮਨ ਪਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਕਿਉਂਕਿ ਉਹਦੇ ਅੰਦਰ ਫਿਰ ਚਾਅ ਬਣ ਜਾਂਦਾ ਹੈਗਾ ਜਦੋਂ ਵਾਹਿਗੁਰੂ ਦੀ ਪ੍ਰਤੀਤੀ ਉਹਦੇ ਅੰਦਰ ਹੋ ਜਾਂਦੀ ਆ, ਅਤੇ ਇਹ ਜਿਹੜਾ ਸਾਨੂੰ ਸੁਸਤੀ ਹੈਗੀ ਆ ਇਹ ਵੀ ਫਿਰ ਆਪਣੇ ਆਪ ਹੀ ਦੂਰ ਹੋ ਜਾਂਦੀ ਆ, ਜਿਹੜੀ ਸੁਸਤੀ ਉਹਦੇ ਵਾਸਤੇ ਮੇਨ ਰੁਕਾਵਟ ਬਣੀ ਹੁੰਦੀ ਆ। ਸੋ ਜਦੋਂ ਸੁਸਤੀ ਦੂਰ ਹੋ ਗਈ ਹੈ ਨਾ, ਫਿਰ ਦੂਸਰਾ ਜਿਹੜਾ ਪਰਮਾਰਥ ਦੇ ਵਿੱਚ ਰੁਕਾਵਟ ਬਣਦੀ ਆ ਉਹ ਬਣ ਜਾਂਦੀ ਹੈ ਕਾਹਲੀ। ਕਾਹਲੀ ਕੀ ਹੁੰਦੀ ਆ ਕਿ ਜਿਵੇਂ ਆਪਾਂ ਹੈ ਨਾ ਆਪਾਂ ਇਹਦਾ ਬਾਹਰਲਾ ਪਾਸਾ ਦੇਖ ਦਿੰਦੇ ਹਾਂ ਕਿ ਅੱਜ ਕੱਲ੍ਹ ਹੈ ਨਾ ਜਿਵੇਂ ਤਰੱਕੀ ਦਾ ਜ਼ਮਾਨਾ, ਇਨਸਾਨ ਨੇ ਬੜੀ ਤਰੱਕੀ ਕੀਤੀ ਆ, ਇਸ ਕਰਕੇ ਤਰੱਕੀ ਦੀ ਰਫਤਾਰ ਦੇ ਹੁੰਦਾ ਨਾ ਆਵਾਜਾਈ ਦੇ ਇੰਨੇ ਸਾਧਨ ਬਣਾਤੇ ਆ ਕਿ ਜਿਹੜੇ ਫਾਸਲੇ ਸੀਗੇ ਕਈਆਂ ਦਿਨਾਂ ਦੇ, ਕਈਆਂ ਮਹੀਨਿਆਂ 'ਚ ਸਰ ਨਹੀਂ ਸੀ ਹੁੰਦੇ, ਉਹ ਫਿਰ ਹੁਣ ਮਿੰਟਾਂ ਅਤੇ ਘੰਟਿਆਂ ਦੇ ਵਿੱਚ ਹੀ ਹੈ ਨਾ ਇਨਸਾਨ ਜਿਹੜੇ ਉਹ ਸਰ ਕਰ ਲੈਂਦਾ ਹੈਗਾ। ਦੂਸਰੀ ਗੱਲ ਇਹ ਕੀ ਆ ਕਿ ਆਪਾਂ ਅਸਲ ਦੇ ਵਿੱਚ ਕਾਹਲੀ ਦਾ ਦੇਖਦੇ ਹਾਂ ਕਿ ਕਾਹਲੀ ਹੁੰਦੀ ਕਿਉਂ ਇਨਸਾਨ ਨੂੰ। ਇਹਦੇ ਹੈ ਨਾ ਕਈ ਕਾਰਨ ਬਣ ਜਾਂਦੇ ਆ। ਪਹਿਲਾ ਕੀ ਹੁੰਦਾ, ਜਿਵੇਂ ਹੈ ਨਾ ਨੀਂਦ ਦੀ ਲਾਲਸਾ ਹੋ ਜਾਂਦੀ ਸਾਡੇ ਅੰਦਰ ਕਿ ਜਿਹੜੀ ਸੁਸਤੀ ਆ ਹੈ ਨਾ, ਕੋਈ ਨਾ ਕੋਈ ਕੰਮ ਕਾਹਲੀ ਨਾ ਕਰਕੇ ਫਟਾਫਟ ਅਸੀਂ ਮਨ 'ਚ ਸੋਚਦੇ ਹਾਂ ਵੀ ਥੋੜ੍ਹੇ ਜਿਹੇ ਫਰੀ ਹੋ ਜਾਈਏ, ਵਿਹਲੇ ਹੋ ਜਾਈਏ, ਵਿਹਲੇ ਹੋ ਕੇ ਅਤੇ ਫਿਰ ਲੰਮੇ ਪੈ ਜਾਈਏ, ਅਤੇ ਜਿਹੜੀ ਸੁਸਤੀ ਦਾ ਲਾਲਚ ਸਾਨੂੰ ਹੈ ਨਾ ਉਹ ਅਸੀਂ ਕਾਹਲੀ ਦੇ ਵਿੱਚੋਂ ਕੱਢਣਾ ਚਾਹੁੰਦੇ ਹਾਂ। ਦੂਸਰਾ ਕੀ ਹੁੰਦਾ ਹੈਗਾ ਕਿ ਸਾਡੇ ਅੰਦਰ ਇਹ ਵੀ ਗੱਲ ਬਣ ਜਾਂਦੀ ਆ ਕਾਹਲੀ ਦਾ ਕਾਰਨ ਦੂਸਰਾ ਵੀ ਕੀ ਹੋ ਜਾਂਦਾ ਕਿ ਅਸੀਂ ਫਟਾਫਟ ਕੋਈ ਕੰਮ ਨਿਬੇੜ ਕੇ ਹੈ ਨਾ ਅਤੇ ਜਿਹੜਾ ਕੰਮ ਦਾ ਬੋਝ ਹੁੰਦਾ ਉਹ ਆਪਣੇ ਦਿਮਾਗ ਤੋਂ ਬਾਹਰ ਕੱਢ ਦਈਏ, ਕਿਉਂਕਿ ਅਸੀਂ ਜਿਹੜਾ ਬੋਝ ਹੁੰਦਾ ਉਹਨੂੰ ਉਸ ਹਿਸਾਬ ਨਾਲ ਨਹੀਂ ਲਾਉਂਦੇ, ਉਹਨੂੰ ਫਟਾਫਟ ਆਪਣੇ ਤੋਂ ਕਾਹਲੀ ਕੰਮ ਕਰਕੇ ਹੈ ਨਾ ਉਹ ਬੋਝ ਜਲਦੀ ਲਾਉਣ ਦਾ ਯਤਨ ਕਰਦੇ ਹਾਂ। ਤੀਸਰਾ ਕੀ ਹੁੰਦਾ ਕਿ ਥੋੜ੍ਹੇ ਸਮੇਂ ਦੇ ਵਿੱਚ ਹੈ ਨਾ ਜਦੋਂ ਅਸੀਂ ਵੱਧ ਪੈਸੇ ਜੋੜਨ ਦੀ ਜਾਂ ਵੱਧ ਪੈਸੇ ਮਾਇਆ ਨੂੰ ਕਮਾਉਣ ਦੀ ਸਾਡੇ ਅੰਦਰ ਲਾਲਸਾ ਬਣ ਜਾਂਦੀ ਆ,
ਤਾਂ ਵੀ ਇਹ ਜਿਹੜਾ ਚੀਜ਼ ਹੈ ਇਹ ਕਾਹਲੀ ਨੂੰ ਪੈਦਾ ਕਰਦਾ ਹੈਗਾ। ਫਿਰ ਕਾਰਨ ਹੋਰ ਵੀ ਕੁਦਰਤੀ ਵੀ ਹੋ ਜਾਂਦੇ, ਜਿਵੇਂ ਖਾਸ ਕਰਕੇ ਖੇਤੀਬਾੜੀ ਜਾਂ ਹੋਰ ਉਹਦੇ ਵਿੱਚ ਆਪਾਂ ਦੇਖ ਲੈਂਦੇ ਆ ਕਿ ਸਾਨੂੰ ਮਨ 'ਚ ਕਾਹਲੀ ਹੁੰਦੀ ਆ ਕਿ ਜਿਹੜੀ ਫਸਲ ਆ ਉਹ ਪਹਿਲਾਂ ਬੀਜੀ ਜਾਵੇ ਤਾਂ ਜੋ ਹੈ ਨਾ ਮੀਂਹ ਕਣੀ ਜਾਂ ਕਿਸੇ ਹੋਰ ਕੁਦਰਤੀ ਆਫਤ ਦੇ ਨਾਲ ਉਸ ਚੀਜ਼ ਦਾ ਨੁਕਸਾਨ ਨਾ ਬਣੇ। ਇਸ ਤਰ੍ਹਾਂ ਹੈ ਨਾ ਇਹ ਜਿਹੜੀ ਕਾਹਲੀ ਹੈਗੀ ਆ ਇਹ ਬਹੁਤ ਸਾਡੇ ਅੰਦਰ ਜਿਹੜੀ ਹੈ ਨਾ ਤੇਜ਼ੀ ਦੇ ਨਾਲ ਇਸ ਚੀਜ਼ ਦੀ ਸਾਡੇ ਅੰਦਰ ਉਹ ਖਿੱਚ ਬਣ ਜਾਂਦੀ ਆ। ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਿਮਰਨ ਦੇ ਅੰਦਰ ਹੈ ਨਾ ਜਿਹੜੀ ਅਸੀਂ ਕਾਹਲੀ ਕਰਦੇ ਹਾਂ ਉਹ ਕਾਹਲੀ ਦਾ ਦੂਸਰਾ ਕਾਰਨ ਕੀ ਹੁੰਦਾ ਹੈਗਾ ਕਿ ਸਾਡੇ ਅੰਦਰ ਜਿਵੇਂ ਗੁਰਬਾਣੀ ਆ ਅਸੀਂ ਉਹਦਾ ਪਾਠ ਕਰਦੇ ਹਾਂ ਜਾਂ ਗੁਰਬਾਣੀ ਦਾ ਸੇਵਨ ਕਰਦੇ ਹਾਂ ਜਾਂ ਗੁਰਬਾਣੀ ਦੀ ਅਸੀਂ ਸਿਫਤ ਸਲਾਹ ਕਰਦੇ ਹਾਂ। ਜਦੋਂ ਅਸੀਂ ਗੁਰਬਾਣੀ ਦੀ ਸਿਫਤ ਸਲਾਹ ਕਰਦੇ ਹਾਂ ਪਾਠ ਕਰਦੇ ਹਨ ਇਹਦੇ ਵਿੱਚ ਵੀ ਸਾਡੇ ਅੰਦਰ ਹੈ ਨਾ ਕਾਹਲਾਪਣ ਬਹੁਤ ਆ ਜਾਂਦਾ। ਉਹਦਾ ਕਾਰਨ ਕੀ ਹੁੰਦਾ ਹੈਗਾ, ਪਹਿਲੀ ਤਾਂ ਗੱਲ ਇਹ ਹੁੰਦੀ ਹੈ ਕਿ ਗੁਰਬਾਣੀ ਦੇ ਨਾਲ ਹੈ ਨਾ ਸਾਡੀ ਪ੍ਰੀਤੀ ਉਹ ਨਹੀਂ ਬਣਦੀ ਜਿਹੜੀ ਪ੍ਰੀਤੀ ਹੋਣੀ ਚਾਹੀਦੀ ਹੈਗੀ ਆ। ਇਹ ਇੱਕ ਕਾਹਲੀ ਦਾ ਕਾਰਨ ਬਣ ਜਾਂਦੀ। ਕਿਉਂਕਿ ਹੈ ਨਾ ਅਸੀਂ ਹੈ ਨਾ ਬੱਧਾ ਚੱਟੀ ਭਰਦੇ ਹਾਂ ਬਾਣੀ ਦਾ। ਦੂਸਰਾ ਕੀ ਹੁੰਦਾ ਅਸੀਂ ਕਾਹਲੀ 'ਚ ਕੰਮ ਕਰਕੇ ਹੈ ਨਾ ਆਪਣੇ ਚਿੱਤੋਂ ਸਾਡੀ ਜਿਹੜੀ ਕਿਰਿਆ ਹੁੰਦੀ ਆ ਇਹ ਪਿਆਰ ਦੇ ਰੂਪ ਨਾਲ ਹੈ ਨਾ ਕਰਮਕਾਂਡੀ ਜ਼ਿਆਦਾ ਹੋ ਜਾਂਦੀ ਆ। ਕਿਉਂਕਿ ਜਦੋਂ ਸਿੱਖ ਜਿਹੜਾ ਹੈ ਨਾ ਗੁਰਬਾਣੀ ਨੂੰ ਕਾਹਲੀ 'ਚ ਪੜ੍ਹਦਾ ਹੈਗਾ ਅਤੇ ਉਹ ਪੜ੍ਹੀ ਹੋਈ ਬਾਣੀ ਰਸ ਤੋਂ ਰਹਿਤ ਹੋ ਜਾਂਦੀ ਹੈ, ਜਿਸ ਕਰਕੇ ਉਹਦਾ ਉਹ ਜਿਹੜਾ ਹੈ ਨਾ ਫਲ ਹੈ ਇੰਨਾ ਨਹੀਂ ਬਣਦਾ ਜਿਹੜਾ ਗੁਰਸਿੱਖ ਪ੍ਰੇਮ ਦੇ ਸਹਿਜ ਦੇ ਵਿੱਚ ਪੜ੍ਹਦਾ ਹੈ ਬਾਣੀ। ਸੋ ਜਿਹੜੀ ਸਹਿਜ ਦੇ ਵਿੱਚ ਚੀਜ਼ ਪੜ੍ਹੀ ਜਾਂਦੀ ਹੈ ਅਸਲ ਦੇ ਵਿੱਚ ਉਹ ਹੀ ਹੈ ਨਾ ਮੇਨ ਫਲ ਜਿਹੜਾ ਹੈ ਉਹ ਲਾਉਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦੇ ਸ਼ਬਦ ਇਸ ਤਰ੍ਹਾਂ ਦੇ ਸਾਨੂੰ ਅਨੇਕਾਂ ਹੀ ਮਿਲ ਜਾਂਦੇ ਆ ਕਿ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਰ ਇੱਥੇ ਕੀ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਇੱਥੇ ਸਹਿਜ ਦੀ ਗੱਲ ਹੈ ਨਾ ਕਿ ਕਾਹਲੀ ਦੀ ਹੈ, ਕਿਉਂਕਿ ਸਹਿਜ ਦੇ ਵਿੱਚ ਹੀ ਸਤਿਗੁਰ ਦੀ ਪ੍ਰਾਪਤੀ ਹੁੰਦੀ ਆ। ਜਿਵੇਂ ਗੁਰਬਾਣੀ ਦੇ ਹੋਰ ਵੀ ਸ਼ਬਦ ਅਨੇਕਾਂ ਆਪਾਂ ਦੇਖ ਲੈਂਦੇ ਹਾਂ ਕਿ ਹਰ ਕਾ ਬਿਲੋਵਣਾ ਬਿਲੋਵ ਮੇਰੇ ਭਾਈ ਸਹਿਜ ਬਿਲੋਵ ਜੈਸੇ ਤਤ ਨਾ ਜਾਈ। ਕਹਿੰਦੇ ਜਦੋਂ ਹਰੀ ਦਾ ਬਿਲੋਵਣਾ ਹੋਵੇ ਭਾਵ ਕੀ ਆ ਨਾਮ ਦਾ ਰਿੜਕਣਾ ਹੋਵੇ ਅਤੇ ਫਿਰ ਸਹਿਜ ਦੇ ਵਿੱਚ ਰਿੜਕਣਾ ਚਾਹੀਦਾ। ਜਿਵੇਂ ਦੁੱਧ ਹੈਗਾ ਅਗਰ ਅਸੀਂ ਮਧਾਣੀ ਕਾਹਲੀ ਦੇ ਵਿੱਚ ਉਹਦੇ ਵਿੱਚ ਪਾ ਕੇ ਜ਼ੋਰ ਨਾਲ ਰਿੜਕੀਏ ਤਾਂ ਮੱਖਣ ਜਿਹੜਾ ਹੈ ਨਾ ਲੱਸੀ ਦੇ ਨਾਲ ਹੀ ਘੁਲ ਜਾਂਦਾ ਹੈਗਾ। ਇਸ ਕਰਕੇ ਹਰੇਕ ਚੀਜ਼ ਹੈ ਨਾ ਸਹਿਜ ਦੇ ਵਿੱਚ ਜਦੋਂ ਅਸੀਂ ਕਰਦੇ ਹਾਂ ਭਾਵ ਕਿ ਨਾ ਹੌਲੀ ਨਾ ਤੇਜ਼। ਸਹਿਜ ਦਾ ਮਤਲਬ ਹੁੰਦੀ ਇੱਕ ਯੁਕਤੀ। ਇਸ ਯੁਕਤੀ ਦੇ ਅੰਦਰ ਇਹ ਜਦੋਂ ਅਸੀਂ ਇਹ ਚੀਜ਼ ਕਰਦੇ ਹਾਂ ਤਾਂ ਫਿਰ ਇਹ ਯੁਕਤੀ ਜਿਹੜੀ ਹੈ ਨਾ ਇਹਦੇ ਨਾਲ ਇਹ ਫਲ ਪੂਰਾ ਬਣ ਜਾਂਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਅਸੀਂ ਜਦੋਂ ਹੈ ਨਾ ਕਾਹਲੀ ਰੋਟੀ ਖਾਂਦੇ ਹਾਂ, ਰੋਟੀ ਕਾਹਲੀ ਖਾਣ ਦੇ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਅੰਦਰ ਹੈ ਨਾ ਰੋਟੀ ਪਹਿਲਾਂ ਤਾਂ ਸਹੀ ਤਰੀਕੇ ਨਾਲ ਹਜਮ ਨਹੀਂ ਹੁੰਦੀ। ਜੇ ਹਜਮ ਹੋ ਵੀ ਜਾਵੇ ਤਾਂ ਫਿਰ ਇਹ ਕਾਹਲੀ ਦਾ ਜਿਹੜੀ ਰੋਟੀ ਹੈ ਨਾ ਇਹ ਖੂਨ ਬਣਨ ਦੇ ਵਿੱਚ ਬੜਾ ਟਾਈਮ ਲਾਉਂਦੀ ਹੈ। ਪਰ ਅਸੀਂ ਅਗਰ ਹੀ ਇਸ ਰੋਟੀ ਨੂੰ ਆਪਣੇ ਮੂੰਹ ਦੇ ਵਿੱਚ ਦੰਦਾਂ ਦੇ ਨਾਲ ਆਹਿਸਤਾ ਚੰਗੀ ਤਰ੍ਹਾਂ ਚਬਾ ਕੇ ਖਾਈਏ ਅਤੇ ਇਸ ਰੋਟੀ ਦੇ ਵਿੱਚੋਂ ਫਿਰ ਹੈ ਨਾ ਇੱਕ ਵੱਖਰਾ ਹੀ ਟੇਸਟ ਜਿਹੜਾ ਹੈ ਨਾ ਉਹ ਪੈਦਾ ਹੋ ਜਾਂਦਾ ਹੈਗਾ। ਅਤੇ ਦੂਸਰੀ ਗੱਲ ਹੈ ਵੀ ਜਿਹੜੀ ਚਬਾਈ ਹੋਈ ਰੋਟੀ ਹੈਗੀ ਆ ਉਹ ਸਾਡੇ ਸਰੀਰ ਦੇ ਵਿੱਚ ਛੇਤੀ ਨਾਲ ਘੁਲ ਜਾਂਦੀ ਆ, ਮਿਹਦੇ 'ਤੇ ਜ਼ੋਰ ਵੀ ਨਹੀਂ ਪੈਂਦਾ ਅਤੇ ਜਿਹੜੀ ਚੀਜ਼ ਸਰੀਰ ਦੇ ਵਿੱਚ ਆਸਾਨੀ ਨਾਲ ਘੁਲ ਗਈ ਆ ਤਾਂ ਉਹ ਫਿਰ ਆਸਾਨੀ ਨਾਲ ਖੂਨ ਵੀ ਬਣ ਜਾਂਦੀ ਆ। ਜਿਹੜੀ ਖੂਨ ਬਣਦੀ ਆ ਅਤੇ ਫਿਰ ਉਹ ਜੋ ਖੂਨ ਬਣਿਆ ਹੁੰਦਾ ਹੈਗਾ ਉਹਦੇ ਨਾਲ ਫਿਰ ਸਿਹਤ ਜਿਹੜੀ ਹੈ ਨਾ ਨੁਕਸਾਨ ਦੀ ਹੈ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਆ। ਭਾਵ ਕੀ ਆ ਕਿ ਕਾਹਲੀ ਦੇ ਬੜੇ ਨੁਕਸਾਨ ਆ। ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਕਿ ਕਾਹਲੀ ਦੇ ਅੱਗੇ ਟੋਏ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਗੁਰਬਾਣੀ ਦਾ ਖਾਸ ਕਰਕੇ ਪਰਮਾਰਥ ਦਾ ਰਸਤਾ ਜਿਹੜਾ ਹੈ ਨਾ ਉਹ ਕਾਹਲੀ ਦਾ ਨਹੀਂ ਹੈਗਾ। ਕਿਉਂਕਿ ਸਾਡੇ ਅੰਦਰ ਹੈ ਕਾਹਲੀ ਦੇ ਵਿੱਚ ਕੀ ਹੁੰਦਾ ਕਿ ਅਸੀਂ ਹੇਠਲੀਆਂ ਵਸਤਾਂ ਨੂੰ ਛੱਡ ਕੇ ਜਾਂ ਇਹ ਕਹਿ ਲਿਓ ਕਿ ਪੌੜੀ ਨੂੰ ਛੱਡ ਕੇ ਨਾ ਸਿੱਧੀ ਛਾਲ ਮਾਰ ਕੇ ਉੱਪਰ ਕੋਠੇ ਦੀ ਛੱਤ 'ਤੇ ਜਾਣਾ ਚਾਹੁੰਦੇ ਆ। ਪਰ ਕਿਉਂਕਿ ਭਜਨ ਸਿਮਰਨ ਦੀਆਂ ਪੌੜੀਆਂ ਹੈ ਜਿਵੇਂ ਬਾਬੇ ਨੇ ਜਪਜੀ ਸਾਹਿਬ 'ਚ ਦੱਸੀਆਂ ਕਿ ਇਹ ਰਾ ਪੱਥ ਪਬੜੀਏ ਚੜ੍ਹੀਏ ਹੋਏ ਕਿਸੇ ਪੱਤ ਦੀਆਂ ਪੌੜੀਆਂ ਜਿਹੜੀਆਂ ਸਟੈਪ ਬਾਈ ਸਟੈਪ ਚੜ੍ਹਨੀਆਂ ਪੈਂਦੀਆਂ ਹੈਗੀਆਂ। ਸੋ ਇਹ ਜਿਹੜਾ ਸਟੈਪ ਬਾਈ ਸਟੈਪ ਚੜ੍ਹਨਾ ਹੈ ਨਾ ਸਹਿਜ ਦੇ ਵਿੱਚ ਹੀ ਆ ਜਾਂਦਾ ਹੈਗਾ। ਇਸ ਕਰਕੇ ਸਾਨੂੰ ਹੈ ਨਾ ਇਹ ਚੀਜ਼ ਦਾ ਪਹਿਲਾਂ ਗਿਆਨ ਹੋਣਾ ਚਾਹੀਦਾ ਕਿ ਜਦੋਂ ਅਸੀਂ ਪਰਮਾਰਥ ਦੇ ਰਸਤੇ 'ਚ ਚੱਲਣਾ ਹੈਗਾ ਅਤੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਆਏ ਅਚਿੰਤਾ। ਕਿ ਸਾਨੂੰ ਕੋਈ ਚੀਜ਼ ਘਾਲ ਨਾਲ ਨਹੀਂ ਮਿਲਦੀ, ਸੇਵਾ ਨਾਲ ਨਹੀਂ ਮਿਲਦੀ। ਜਿਹੜੀ ਵੀ ਚੀਜ਼ ਮਿਲਦੀ ਹੈ ਨਾ ਅਚਿੰਤ ਮਿਲਦੀ ਹੈ। ਪਰਮੇਸ਼ਰ ਦੀ ਬਖਸ਼ਿਸ਼ ਅਚਿੰਤ ਹੋ ਜਾਂਦੀ ਹੈ, ਸਾਡੇ ਕਿਸੇ ਯਤਨ ਦੇ ਨਾਲ ਕਿਸੇ ਵੀ ਤਰੀਕੇ ਜਾਂ ਸਿਆਣਪ ਦੇ ਨਾਲ ਨਹੀਂ ਹੁੰਦੀ। ਕਿਉਂਕਿ ਵਾਹਿਗੁਰੂ ਜਦੋਂ ਬਖਸ਼ਿਸ਼ ਹੁੰਦੀ ਹੈ ਨਾ ਉਦੋਂ ਹੋ ਜਾਂਦੀ ਹੈ ਜਦੋਂ ਇਹ ਜਿਹੜਾ ਅਭਿਆਸੀ ਹੈ ਇਹ ਬਖਸ਼ਣ ਦੇ ਕਾਬਲ ਹੋ ਜਾਂਦਾ। ਭਾਵ ਕੀ ਹੈ ਜਦੋਂ ਉਹਦੇ ਯੋਗ ਹੋ ਜਾਂਦਾ ਫਿਰ ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਜਦ ਯੋਗ ਹੁੰਦਾ ਅਤੇ ਬਖਸ਼ਿਸ਼ ਦੀ
ਜਿਹੜੀ ਹੈ ਨਾ ਝੋਲੀ ਆ ਉਹਦੇ ਵਿੱਚ ਵਾਹਿਗੁਰੂ ਦਾ ਮਿਹਰ ਭਰਿਆ ਜੋ ਇੱਕ ਕਿਣਕਾ ਹੈ ਨਾ ਉਹ ਆਪਣੇ ਆਪ ਹੀ ਉਸ ਝੋਲੀ ਦੇ ਵਿੱਚ ਚਲਾ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਹਿਜ ਸਹਿਜ ਦੇ ਵਿੱਚ ਚੱਲਾਂਗੇ ਅਤੇ ਸਹਿਜ ਦੇ ਨਾਲ ਜਿਹੜੇ ਭਜਨ ਸਿਮਰਨ ਦੇ ਰਾਜ ਹਨ ਉਹ ਵੀ ਆਪਣੇ ਆਪ ਖੁੱਲ੍ਹਦੇ ਜਾਣਗੇ। ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸਿਮਰਨ ਕਰਾਂਗੇ ਤਾਂ ਸਾਡੀਆਂ ਜਿਹੜੀਆਂ ਹਨ 4 ਬਾਣੀਆਂ ਹੈਗੀਆਂ, ਜਿਵੇਂ ਬੈਖਰੀ ਹੈ, ਮਧਮਾ ਹੈ, ਪਰਾ ਬਸੰਤੀ, ਇਹਨਾਂ ਦੇ ਭੇਦ ਵੀ ਹੈ ਨਾ ਐਸਤਾ ਐਸਤਾ ਖੁੱਲ੍ਹਦੇ ਜਾਣਗੇ। ਇਸ ਤੋਂ ਬਾਅਦ ਫਿਰ ਰਿੱਧੀਆਂ ਸਿੱਧੀਆਂ, ਫਿਰ ਸ਼ਬਦ ਨਾਦ, ਫਿਰ ਨੂਰੀ ਝਲਕਾਰੇ, ਇਹ ਚੀਜ਼ਾਂ ਜਿਹੜੀ ਹੈ ਨਾ ਸਹਿਜ ਸਹਿਜ ਮਾਰਗ 'ਤੇ ਜਾਂਦਿਆਂ ਹੋਇਆਂ ਇਹ ਫਿਰ ਚੀਜ਼ ਆਪਣੇ ਆਪ ਖੁੱਲ੍ਹਦੀ ਜਾਂਦੀ ਹੈ। ਭਾਵ ਕੀ ਆ, ਸਹਿਜ ਦਾ ਮਾਰਗ ਐਸਾ ਮਾਰਗ ਹੈਗਾ ਜਿਹਦੇ ਵਿੱਚ ਵਾਹਿਗੁਰੂ ਦੀ ਖੁਸ਼ੀ ਆ, ਵਾਹਿਗੁਰੂ ਜੀ ਦੀ ਕਿਰਪਾ ਹੈਗੀ ਆ, ਅਤੇ ਵਾਹਿਗੁਰੂ ਜੀ ਦਾ ਜਿਹੜੀ ਮਿਹਰ ਭਰੀ ਨਜ਼ਰ ਦੀ ਜੋ ਬਖਸ਼ਿਸ਼ ਹੈ ਨਾ ਉਹ ਸਹਿਜ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਬਸ 2 ਚੀਜ਼ਾਂ ਮੇਨ ਆਪਾਂ ਪਰਮਾਰਥ ਦੇ ਰਸਤੇ 'ਚ ਲੈਣੀਆਂ ਹੈ। ਪਹਿਲੀ ਗੱਲ ਆ ਕਿ ਅਸੀਂ ਸੁਸਤੀ ਨਹੀਂ ਵਰਤਣੀ, ਅਗਰ ਸੁਸਤੀ ਨਾ ਵਰਤਾਂਗੇ ਅਤੇ ਦੂਸਰਾ ਫਿਰ ਅਸੀਂ ਕਾਲਾਪਨ ਨਹੀਂ ਵਰਤਣਾ, ਕਿਉਂਕਿ ਅਗਰ ਅਸੀਂ ਸੁਸਤੀ ਫਤਿਹ ਕਰਦੇ ਹਾਂ ਤਾਂ ਫਿਰ ਸਾਡੇ ਅੰਦਰ ਕਾਲਾਪਨ ਆ ਜਾਂਦਾ ਵੀ ਅਸੀਂ ਜਲਦੀ ਤੋਂ ਜਲਦੀ ਬਿਨਾਂ ਯੋਗਤਾ ਤੋਂ ਅਗਲੀ ਮੰਜ਼ਿਲ 'ਤੇ ਜਾਣਾ ਚਾਹੁੰਦੇ ਹਾਂ। ਇਸ ਕਰਕੇ ਸਹਿਜ ਦਾ ਮਾਰਗ ਜਿਹੜਾ ਹੈ ਨਾ ਇਹ ਸਾਨੂੰ ਅਪਣਾਉਣਾ ਪੈਂਦਾ ਹੈਗਾ। ਇਸ ਕਰਕੇ ਦੋਨੇ ਚੀਜ਼ਾਂ ਹੈ ਕਿ ਸੁਸਤੀ ਤੋਂ ਵੀ ਬਚਣਾ ਹੈ ਅਤੇ ਕਾਲੇਪਨ ਦੇ ਵਿੱਚ ਵੀ ਬਚਣਾ ਹੈ। ਇਹਨਾਂ ਦੇ ਵਿੱਚੋਂ ਕੋਈ ਐਸਾ ਦੋਨਾਂ 'ਚੋਂ ਰਸਤਾ ਕੱਢਣਾ ਹੈ ਕਿ ਗੁਰਮੁਖ ਜਿਹੜਾ ਹੈ ਨਾ ਤਾਂ ਸੁਸਤ ਹੋਵੇ ਨਾ ਕਾਲਾ ਹੋਵੇ, ਬਸ ਉਹ ਇਸ ਮਾਰਗ ਦੇ ਵਿੱਚ ਤੁਰਿਆ ਜਾਵੇ ਕਿ ਜਿਹੜਾ ਮਾਰਗ ਹੈ ਨਾ ਉਹਦੇ ਵਾਸਤੇ ਜਿਹਦੇ ਵਿੱਚ ਉਹਨੂੰ ਥਕਾਵਟ ਨਹੀਂ ਹੈ, ਕੋਈ ਖਿੱਚ ਨਹੀਂ ਹੈ, ਜਾਂ ਇਉਂ ਕਹਿ ਲਓ ਕਿ ਉਹਦੇ ਵਾਸਤੇ ਹੈ ਨਾ ਇਹ ਮਾਰਗ ਹੋਰ ਵੀ ਸਖਾਲਾ ਅਤੇ ਸਖੈਨ ਹੋ ਜਾਂਦਾ ਹੈਗਾ, ਜਿਸ ਨੂੰ ਕਹਿੰਦੇ ਆ ਸੰਤੋਖ ਦਾ ਮਾਰਗ, ਸੱਤ ਦਾ ਮਾਰਗ, ਸੱਤ ਸੰਤੋਖ ਦਇਆ ਧਰਮ ਧੀਰਜ। ਇਹ ਗੁਣ ਜਿਹੜੇ ਹੈ ਨਾ ਸਹਿਜ ਦੇ ਵਿੱਚ ਫਿਰ ਉਹਨੂੰ ਪ੍ਰਗਟ ਹੋਣ ਲੱਗ ਪੈਂਦੇ ਆ। ਫਿਰ ਉਹਨੂੰ ਆਪਣੀ ਮੰਜ਼ਿਲ ਜਿਹੜੀ ਉਹ ਕਾਹਲੀ ਦੇ ਵਿੱਚ ਕਦੀ ਹੱਲ ਨਹੀਂ ਕਰ ਸਕਦਾ, ਕਦੀ ਪਹੁੰਚ ਨਹੀਂ ਸਕਦਾ, ਕਦੀ ਜਾ ਨਹੀਂ ਸਕਦਾ, ਬੜੀ ਦੂਰ ਲੱਗਦੀ ਹੈ, ਉਹੀ ਮੰਜ਼ਿਲ ਫਿਰ ਉਹਨੂੰ ਸਹਿਜ ਦੇ ਵਿੱਚ ਆਪਣੇ ਆਪ ਦੇ ਵਿੱਚ ਬੜੀ ਕਰੀਬ ਨਜ਼ਰ ਆਉਣ ਲੱਗ ਪੈਂਦੀ ਹੈ। ਇਹ ਸਹਿਜ ਦਾ ਐਸਾ ਫਲ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।